ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਗੁਰਪੁਰਬ ਦਾ ਪ੍ਰੋਗਰਾਮ ਪ੍ਰਤਾਪ ਨਗਰ ਹਰੀਨਗਰ ਵਿੱਚ ਇੱਥੇ ਮੈਡੀਟੇਸ਼ਨ ਸੈਂਟਰ ਵਿੱਚ ਸੈਲੀਬ੍ਰੇਟ ਕਰਨ ਜਾ ਰਹੇ ਹਾਂ। ਬਹੁਤ ਬਹੁਤ ਧੰਨਵਾਦ ਹੈ ਬ੍ਰਹਮਾ ਕੁਮਾਰੀਜ਼ ਮੈਡੀਟੇਸ਼ਨ ਸੈਂਟਰ ਆਰਗੇਨਾਈਜ਼ਰਸ ਵੱਲੋਂ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਕੇ ਜੋ ਉਪਰਾਲਾ ਦਿਖਾਇਆ ਹੈ, ਉਹ ਮੈਂ ਸਮਝਦਾ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਦੀ ਜਿਹੜੀ ਸਿੱਖਿਆ ਹੈ ਉਹ ਪੂਰੀ ਹਿਊਮੈਨਿਟੀ ਵਾਸਤੇ, ਨਾ ਸਿਰਫ ਸਾਡੇ ਸਿੱਖਾਂ ਵਾਸਤੇ ਪਰ ਹਿੰਦੂਆਂ ਵਾਸਤੇ, ਮੁਸਲਮਾਨਾਂ ਵਾਸਤੇ, ਹਰ ਇੱਕ ਬੰਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ, ਨੈਸੈਸਰੀ ਹੈ। ਗੁਰੂ ਨਾਨਕ ਦੇ ਅਸੀਂ ਸਿਧਾਂਤ ਨੂੰ ਅੱਛੀ ਤਰ੍ਹਾਂ ਬਚਪਨ ਤੋਂ ਸੁਣਦੇ ਆਏ ਹਾਂ। ਉਹਨਾਂ ਦੇ ਮੂਲ ਜਿਹੜੇ ਸਿਧਾਂਤ ਸੀਗੇ ਉਹ ਇਹੀ ਸੀ ਕਿ ਪਰਮਾਤਮਾ ਦਾ ਯਾਦ ਵਿੱਚ ਰਹਿਣਾ, ਨਾਮ ਜਪਣਾ। ਉਹਨਾਂ ਦਾ ਦੂਜਾ ਜਿਹੜਾ ਸਿਧਾਂਤ ਹੈ ਉਹ ਹੈ ਕਿਰਤ ਕਰਨਾ, ਕੰਮ ਕਾਰ ਕਰਨਾ, ਆਪਣੇ ਵਿਵਹਾਰ ਵਿੱਚ ਰਹਿਣਾ, ਗ੍ਰਸਤੀ ਵਿੱਚ ਰਹਿਣਾ। ਤੀਜਾ ਜਿਹੜਾ ਉਹਨਾਂ ਦਾ ਸਿਧਾਂਤ ਹੈ ਅਸੀਂ ਜਾਣਦੇ ਹਾਂ ਕਿ ਵੰਡ ਕੇ ਛਕਣਾ। ਹੁਣ ਇਹ ਸਿਧਾਂਤ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ, ਪਰ ਇਹਨਾਂ ਸਿਧਾਂਤਾਂ ਨੂੰ ਅਗਰ ਅਸੀਂ ਦੇਖੀਏ ਪ੍ਰੈਕਟੀਕਲ ਲਾਈਫ ਦੇ ਵਿੱਚ ਕਿਸ ਤਰ੍ਹਾਂ ਅਸੀਂ ਅਪਲਾਈ ਕਰ ਸਕੀਏ ਇਹਨਾਂ ਨੂੰ, ਇਹ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਸ ਰੱਖਦੇ ਨੇ ਕਿ ਅਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰੀਏ। ਕਿਉਂਕਿ ਇੱਕ ਹੈ ਸਿਰਫ ਉਸ ਨੂੰ ਸੁਣਨਾ ਜਾਂ ਵਿਚਾਰ ਲੈਣਾ ਮੈਕਸਿਮਮ, ਦੂਜਾ ਹੈ ਉਸ ਨੂੰ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਵਿਚਰਦੇ ਹੋਏ ਉਸ ਨੂੰ ਆਪਣੀ ਜੀਵਨ ਦਾ ਹਿੱਸਾ ਬਣਾ ਲੈਣਾ ਇੱਕ ਹੋਰ ਗੱਲ ਹੈ। ਕਿਉਂਕਿ ਅਸੀਂ ਕੀ ਹੈਗੇ ਆ ਕਿ ਅਸੀਂ ਗੁਰਦੁਆਰੇ ਜ਼ਰੂਰ ਜਾਂਦੇ ਆ, ਲੰਗਰ ਜ਼ਰੂਰ ਖਾਂਦੇ ਆ, ਕੀਰਤਨ ਜ਼ਰੂਰ ਸੁਣਦੇ ਆ, ਕਥਾ ਵਿਚਾਰਾਂ ਜ਼ਰੂਰ ਸੁਣਦੇ ਆ, ਪਰ ਕਿਤੇ ਨਾ ਕਿਤੇ ਅਸੀਂ ਲੈਕ 'ਚ ਕਰ ਰਹੇ ਹਾਂ, ਅਸੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਉਸ ਨੂੰ ਇੰਪਲੀਮੈਂਟ ਕਰਨ ਵਿੱਚ ਲੈਕ ਕਰ ਰਹੇ ਹਾਂ। ਹੁਣ ਅਗਲੇ ਸਾਲ ਆਪ ਸਾਰੇ ਜਾਣਦੇ ਹੋ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਉਣਾ ਹੈ, ਤੇ ਜਿੱਥੇ ਅਸੀਂ ਸਹਿਜ ਪਾਠ ਦੀ ਲੜੀ ਕਰਦੇ ਹਾਂ, ਜਪਤ ਜਾਂ ਪਾਠ ਕਰਦੇ ਹਾਂ, ਬਹੁਤ ਜ਼ਰੂਰੀ ਹੈ। ਅਸੀਂ ਭਾਵੇਂ ਇੱਕ ਅੰਗ ਗੁਰਬਾਣੀ ਦਾ ਪੜ੍ਹੀਏ ਪਰ ਉਸ ਨੂੰ ਆਪਣੀ ਪ੍ਰੈਕਟੀਕਲ ਲਾਈਫ ਵਿੱਚ ਇੰਪਲੀਮੈਂਟ ਕਰੀਏ, ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਤੇ ਦਾਸ ਦਾ ਇਹ ਪਰਸਨਲ ਐਕਸਪੀਰੀਅੰਸ ਹੈਗਾ ਕਿ ਜਦੋਂ ਅਸੀਂ ਗੁਰਬਾਣੀ ਨੂੰ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਅਪਣਾਉਂਦੇ ਹਾਂ, ਪ੍ਰੈਕਟੀਕਲ ਲਾਈਫ ਵਿੱਚ ਅਗਰ ਅਸੀਂ ਕਹੀਏ ਕਿ ਕਿਰਤ ਕਰਨਾ ਜਾਂ ਨਾਮ ਪਰਮਾਤਮਾ ਨੂੰ ਯਾਦ ਵਿੱਚ ਰਹਿੰਦੇ ਹੋਏ ਅਸੀਂ ਕਰਮ ਕਰੀਏ, ਤੇ ਉਹ ਪਰਮਾਤਮਾ ਦੀ ਯਾਦ ਵਿੱਚ ਰਹਿੰਦੇ ਹੋਏ ਅਸੀਂ ਅਗਰ ਆਪਣੇ ਕਰਮ ਜਾਂ ਕਾਰ ਵਿਵਹਾਰ ਵਿੱਚ ਆਈਏ ਤੇ ਉਹਦੇ ਵਿੱਚ ਸਫਲਤਾ ਨਾ ਮਿਲੇ, ਇਹ ਪੋਸੀਬਲ ਹੀ ਨਹੀਂ ਹੈ। ਇਹ ਪਰਸਨਲ ਐਕਸਪੀਰੀਅੰਸ ਨਾਲ ਤੁਹਾਡੇ ਵਿਚਾਰ ਮੈਂ ਸਾਂਝੇ ਕਰ ਰਿਹਾ ਕਿ ਅਗਰ ਅਸੀਂ ਦੇਖੀਏ ਗੁਰੂ ਨਾਨਕ ਦੀ ਹਿਸਟਰੀ ਬਾਰੇ, ਕਿ ਗੁਰੂ ਨਾਨਕ ਦੇਵ ਜੀ ਜੋ ਸਾਨੂੰ ਕਹਿ ਕੇ ਗਏ ਨੇ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਜਿੱਥੇ ਗੱਲ ਆਉਂਦੀ ਹੈ ਕਿਰਤ ਕਰਨ ਦੀ, ਤੇ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ, ਤੁਸੀਂ ਆਪ ਸਾਰੇ ਇੱਥੇ ਸੂਝਵਾਨ ਬੈਠੇ ਹੋ ਤੇ ਆਪ ਸਾਰੇ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਦੇ ਉੱਪਰ ਉਹ ਪ੍ਰੈਕਟੀਕਲੀ ਕਰਕੇ ਵਿਖਾਇਆ ਹੈ ਕਿ ਮੋਦੀ ਖਾਨੇ ਦੇ ਵਿੱਚ ਉਹਨਾਂ ਨੇ ਆਪਣੀ ਨੌਕਰੀ ਜੋ ਹੈ ਉਹ ਕੀਤੀ, ਹਿਸਾਬ ਕਿਤਾਬ ਰੱਖਣ ਦੀ। ਆਪ ਸਾਰੇ ਜਾਣਦੇ ਹੋ ਕਿ ਉਹਦੇ ਵਿੱਚ ਵੀ ਇੱਕ ਅਲੌਕਿਕਤਾ ਸੀ। ਇੱਕ ਆਮ ਬੰਦੇ ਦੀ ਕਾਰ ਵਿਵਹਾਰ ਵਿੱਚ ਤੇ ਇੱਕ ਗੁਰੂ ਸਾਹਿਬ ਦੀ ਕਾਰ ਵਿਵਹਾਰ ਵਿੱਚ ਬਹੁਤ ਇੱਕ ਅੰਤਰ ਸੀ। ਉਹਨਾਂ ਦੀ ਲਾਈਫ ਦੇ ਵਿੱਚ ਅਸੀਂ ਦੇਖੀਏ ਬਚਪਨ ਤੋਂ ਹੀ ਅਲੌਕਿਕਤਾ ਸੀ, ਜਿੱਥੇ ਅਸੀਂ ਦੇਖਦੇ ਹਾਂ ਕਿ ਬਚਪਨ ਵਿੱਚ ਆਪ ਸਾਰੇ ਜਾਣਦੇ ਹੋ ਕਿ ਇੱਕ ਹਿੰਦੂ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਜਨੇਊ ਪਾਉਣ ਦੀ ਇੱਕ ਪ੍ਰਥਾ ਹੁੰਦੀ ਹੈ। ਤੇ ਜਨੇਊ ਪਾਉਣ ਦੀ ਪ੍ਰਥਾ ਦੇ ਵਿੱਚ ਉਹਨਾਂ ਨੂੰ ਪੰਡਿਤ ਜੀ ਨੇ ਕਿਹਾ ਕਿ ਤੁਸੀਂ ਆ ਕੇ ਜਨੇਊ ਪਾਓ
ਤੇ ਉਹ ਆਪ ਸਾਰੇ ਜਾਣਦੇ ਹੋ ਕਿ ਉਹਨਾਂ ਦਾ ਜਵਾਬ ਸੀ ਕਿ ਮੈਂ ਪਾਣਾ ਚਾਹਾਂਗਾ ਐਸਾ ਜਨੇਊ, ਪਰ ਮੈਂ ਐਸਾ ਜਨੇਊ ਪਾਣਾ ਚਾਹਾਂਗਾ ਜੋ ਕਦੀ ਜਲੇ ਵੀ ਨਾ ਕਦੀ ਉਹ ਟੁੱਟੇ, ਤੇ ਨਾ ਹੀ ਉਹ ਮਤਲਬ ਮੇਰੇ ਉਸ ਦੇ ਨਾਲ ਤੀਜੀ ਗੱਲ ਉਹਨਾਂ ਨੇ ਕਹੀ ਕਿ ਮੇਰੇ ਨਾਲ ਉਹ ਪਰਲੋਕ ਵਿੱਚ ਵੀ ਜਾਵੇ, ਐਸਾ ਮੈਂ ਜਨੇਊ ਪਾਣਾ ਚਾਹਾਂਗਾ, ਬਣਾਓ ਮੈਨੂੰ ਐਸਾ ਜਨੇਊ। ਤੇ ਉਹ ਜਿਹੜੇ ਪੰਡਿਤ ਸੀ ਉਹ ਵੀ ਹੱਕੇ ਬੱਕੇ ਰਹਿ ਗਏ ਕਿ ਵੀ ਇਹ ਕਿਸ ਤਰ੍ਹਾਂ ਦੀ ਗੱਲ, ਇਹ ਛੋਟਾ ਜਿਹਾ ਬੱਚਾ ਹੈ, 9 ਸਾਲ ਦਾ ਬੱਚਾ ਹੈ, ਕਿਸ ਤਰ੍ਹਾਂ ਦੀ ਗੱਲਾਂ ਕਰ ਰਿਹਾ ਕਿ ਇੱਕ ਮਤਲਬ ਇਤਨੀ ਅਧਿਆਤਮਿਕਤਾ, ਇਤਨੀ ਮਤਲਬ ਸਪਿਰਿਚੁਅਲਿਟੀ ਤੁਸੀਂ ਦੇਖੋਗੇ ਬਚਪਨ ਤੋਂ ਹੀ ਉਹਨਾਂ ਦੇ ਵਿੱਚ ਸੀ। ਜੋ ਵੀ ਕੋਈ ਪਰਮਾਰਥ ਦੀਆਂ ਗੱਲਾਂ ਕੋਈ ਕਰਦਾ, ਮਤਲਬ ਬੱਚੇ ਅਗਰ ਦੇਖੋ ਤੇ ਖਿਡੌਣੇ ਵਿੱਚ ਜ਼ਿਆਦਾਤਰ ਆਪਣਾ ਟਾਈਮ ਸਪੈਂਡ ਕਰਦੇ ਨੇ, ਤੇ ਉਹ ਐਸਾ ਲੌਕਿਕ ਬੱਚਾ ਜੋ ਬਚਪਨ ਦੇ ਵਿੱਚ ਹੀ ਉਹਦੇ ਵਿੱਚ ਇਸ ਤਰ੍ਹਾਂ ਦੀ ਮਤਲਬ ਮਹਾਨਤਾ ਕਹਿ ਲਓ, ਸਪਿਰਿਚੁਅਲਿਟੀ ਕਹਿ ਲਓ, ਕਿ ਉਹ ਬਚਪਨ ਤੋਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਰੁਚੀ ਰੱਖਦੇ ਸੀ, ਸਪਿਰਿਚੁਅਲਿਟੀ ਦੇ ਵਿੱਚ। ਤੇ ਕਿਉਂਕਿ ਉਹ ਧਰਮ ਸਥਾਪਕ ਸੀ ਤੇ ਉਹ ਅੱਗੇ ਚੱਲ ਕੇ ਅਸੀਂ ਦੇਖਦੇ ਹਾਂ ਕਿ ਕਿੰਨਿਆਂ ਦਾ ਉਹਨਾਂ ਨੇ ਕੋਟੇ ਜੇ ਰਾਖਸ਼ ਜਾਂ ਹੋਰ ਬਲੀ ਕੰਦਾਰੀ ਜੇ ਬੰਦਿਆਂ ਦਾ, ਐਸੀਆਂ ਰੂਹਾਂ ਦਾ ਨੂੰ ਉਹ ਸਿੱਧੇ ਮਾਰਗ, ਸਿੱਧੇ ਰਾਹ ਉਹ ਲੈ ਕੇ ਗਏ, ਇਹ ਆਪ ਸਾਰੇ ਜਾਣਦੇ ਹੋ। ਤੇ ਅਸੀਂ ਉਹਨਾਂ ਤੋਂ ਕੀ ਸਿੱਖ ਲੈਣੀ ਹੈ ਕਿ ਅਸੀਂ ਜਿਸ ਤਰ੍ਹਾਂ ਉਹਨਾਂ ਨੇ ਕਿਰਤ ਕਰਦੇ ਹੋਏ ਸਭ ਕੁਝ ਆਪਣੇ ਘਰ ਗ੍ਰਸਤੀ ਨੂੰ ਸੰਭਾਲਦੇ ਹੋਏ, ਉਹਦੇ ਨਾਲ ਉਹਨਾਂ ਨੇ ਪਰਮਾਤਮਾ ਨੂੰ ਯਾਦ ਵੀ ਕੀਤਾ, ਤੇ ਅਸੀਂ ਅਗਰ ਆਪਣੇ ਘਰ ਪਰਿਵਾਰ ਵਿੱਚ ਰਹਿੰਦੇ ਪਏ ਆ ਸਭ ਕੁਝ ਕਰਦੇ ਹੋਏ, ਤੇ ਅਸੀਂ ਪਰਮਾਤਮਾ ਦੀ ਯਾਦ ਜਿਹੜੀ ਆ ਉਹ ਕਦੇ ਨਹੀਂ ਭੁੱਲਣੀ, ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ। ਤੇ ਹੁਣ ਗੱਲ ਇੱਥੇ ਇਹ ਆਉਂਦੀ ਹੈ ਕਿ ਪਰਮਾਤਮਾ ਨੂੰ ਅਸੀਂ ਸਭ ਕੁਝ ਕਰਦੇ ਹੋਏ ਵੀ ਯਾਦ ਕਰ ਸਕਦੇ ਹਾਂ। ਤੁਹਾਡਾ ਕੀ ਖਿਆਲ ਹੈ? ਅਸੀਂ ਸਭ ਕੁਝ ਲੈਟਸ ਸੇ ਅਗਰ ਅਸੀਂ ਕਿਚਨ ਵਿੱਚ ਹੈਗੇ ਆ, ਮਾਤਾਵਾਂ ਭੈਣਾਂ ਨੂੰ ਐਕਸਪੀਰੀਅੰਸ ਹੋਏਗਾ ਕਿ ਅਸੀਂ ਅਗਰ ਕਿਚਨ ਵਿੱਚ ਹੈਗੇ ਆ ਤੇ ਅਸੀਂ ਕੀ ਕੁਝ ਬਣਾਉਂਦੇ ਹੋਏ ਵੀ ਇਹ ਚੀਜ਼ ਕਰ ਸਕਦੇ ਆ ਕਿ ਐਸਾ ਪੋਸੀਬਲ ਹੈ? ਬਿਲਕੁਲ ਪੋਸੀਬਲ ਹੈ। ਤੇ ਅਸੀਂ ਅਗਰ ਕੁਝ ਵੀ ਕਰਦੇ ਪਏ ਆ, ਲੈਟਸ ਸੇ ਅਗਰ ਕਿਚਨ ਵਿੱਚ ਕੁਝ ਬਣਾਉਂਦੇ ਪਏ ਆ, ਜਾਂ ਅਸੀਂ ਕੁਝ ਕਾਰ ਵਿਵਹਾਰ ਵਿੱਚ, ਮੇਰੇ ਭਰਾ ਇੱਥੇ ਅਸੀਂ ਜੌਬ ਕਰਦੇ ਆ ਜਾਂ ਕੁਝ ਅਸੀਂ ਬਿਜ਼ਨਸ ਵਿੱਚ ਹੈਗੇ ਆ, ਕੁਝ ਵੀ ਕੰਮ ਕਰਦੇ ਹੋਏ, ਜਿਵੇਂ ਗੁਰੂ ਨਾਨਕ ਨੇ ਪ੍ਰੈਕਟੀਕਲੀ ਕਰਕੇ ਵਿਖਾਇਆ ਕਿ ਮੋਦੀ ਖਾਨੇ ਦੇ ਵਿੱਚ ਉਹਨਾਂ ਨੇ ਇਹ ਜੋ ਹਿਸਾਬ ਕਿਤਾਬ ਜਦੋਂ ਰੱਖਦੇ ਪਏ ਸੀ, ਤੇ ਉਹਨਾਂ ਨੇ ਜਦੋਂ ਆਪਣਾ ਹਿਸਾਬ ਕਿਤਾਬ ਰੱਖਦੇ ਹੋਏ ਤੇ ਉਹਨਾਂ ਨੇ ਜੋ ਉਹ ਤੋਲਣ ਲੱਗੇ ਕਿ ਜੋ ਉਹ ਗਿਣਤੀ ਕਰਨ ਲੱਗੇ ਕਿ ਇਹ ਚੀਜ਼ਾਂ ਅਸੀਂ ਆਪਣੇ ਹਿਸਾਬ ਕਿਤਾਬ ਦੇ ਵਿੱਚ ਰੱਖਣੀਆਂ ਨੇ, ਤੇ ਉਹ ਚੀਜ਼ ਉਹ ਜਦੋਂ ਗਿਣਨ ਲੱਗੇ ਤੇ ਉਹ 1 2 3 ਕਰਕੇ 13 ਜਿਹੜਾ ਨੰਬਰ ਸੀ ਉਹਦੇ ਉੱਪਰ ਉਹ ਰੁਕ ਗਏ। 13 13 13 13 ਦਾ ਮਤਲਬ ਉਹ ਕਹਿਣ ਲੱਗੇ ਕਿ ਪਰਮਾਤਮਾ ਦੀ ਯਾਦ ਜਿਹੜਾ ਇੱਕ ਅੱਖਰ ਮਤਲਬ ਇੱਕ ਨੰਬਰ ਦੇ ਨਾਲ ਹੀ ਉਹਨਾਂ ਨੂੰ ਪਰਮਾਤਮਾ ਦੀ ਯਾਦ ਜਿਹੜੀ ਹੈ ਉਹ ਆ ਗਈ। ਇਹ 13 ਹੀ 13, ਪਰਮਾਤਮਾ ਸਭ 13 ਹੈ। ਤੇ ਮਤਲਬ ਇੰਨੀ ਅਲੌਕਿਕਤਾ ਉਹਨਾਂ ਦੇ ਵਿੱਚ ਸੀ ਕਿ ਜੋ ਇੱਕ ਨੰਬਰ ਦੇ ਵਿੱਚ ਵੀ ਪਰਮਾਤਮਾ ਨੂੰ ਮਤਲਬ ਜੋੜ ਲੈਂਦੇ ਸੀ, ਜਾਂ ਕਿਸੇ ਵੀ ਚੀਜ਼, ਛੋਟੀ ਜਿਹੀ ਚੀਜ਼ ਪਰਮਾਤਮਾ ਦੇ ਨਾਲ ਜਾਂ ਸਪਿਰਿਚੁਅਲਿਟੀ ਦੇ ਨਾਲ ਉਹ ਜੋੜ ਲੈਂਦੇ ਸੀ। ਤੇ ਉਹ ਸਾਡੇ ਵਾਸਤੇ ਇੱਕ ਸਿੱਖ ਹੈ। ਗੁਰੂ ਨਾਨਕ ਨੇ ਨਾਮ ਵੀ ਸਾਨੂੰ ਸਿੱਖ ਐਸੇ ਕਰਕੇ ਦਿੱਤਾ ਹੈ ਕਿ ਵੀ ਪਰਮਾਤਮਾ, ਉਹ ਕਹਿੰਦੇ ਨੇ we should be ready to learn, ਮਤਲਬ ਹਰ ਚੀਜ਼ ਸਾਨੂੰ ਇਹ ਹੈ ਕਿ ਅਸੀਂ ਸਿੱਖ ਨਾਮ ਹੈ ਹੀ ਇਸ ਕਰਕੇ ਕਿ ਅਸੀਂ ਸਿੱਖਣਾ ਚਾਹੁੰਦੇ, ਅਸੀਂ ਜਾਣਦੇ ਨਹੀਂ ਹਾਂ ਪਰ ਅਸੀਂ ਸਿੱਖਣਾ ਚਾਹੁੰਦੇ ਹਾਂ। ਤੇ ਗੁਰਬਾਣੀ ਪੂਰੀ ਸਾਨੂੰ ਇਸ ਚੀਜ਼ ਦਾ ਗਿਆਨ ਦਿੰਦੀ ਹੈ, ਇਸ ਚੀਜ਼ ਦੀ ਸਿੱਖ ਦਿੰਦੀ ਹੈ ਕਿ ਅਸੀਂ ਲਾਈਫ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ, ਕਿਸ ਤਰ੍ਹਾਂ ਪਰਮਾਤਮਾ ਦੀ ਯਾਦ ਕਰਦੇ ਹੋਏ ਆਪਣਾ ਜੀਵਨ ਬਤੀਤ ਕਰਨਾ ਹੈ। ਤੇ ਹੁਣ ਅਸੀਂ ਕੁਝ ਸਲਾਈਡਸ ਵੇਖਾਂਗੇ ਗੁਰਬਾਣੀ ਦੀਆਂ, ਜੋ ਜਿਨ੍ਹਾਂ ਦੇ ਨਾਲ ਅਸੀਂ ਵਿਚਾਰ ਜਿਹੜੇ ਆਪਣੇ ਸਾਂਝੇ ਤੁਹਾਡੇ ਨਾਲ ਕਰਨੇ ਚਾਹਾਂਗੇ। ਤੇ ਤੁਸੀਂ ਹੁਣ ਸਲਾਈਡਸ ਜਿਹੜਾ ਹੈ ਉਹ ਤੁਸੀਂ ਦੇਖੋਗੇ। ਦੇਖਨੇ ਆ ਕਿ ਜੋ ਵੀ ਦੁੱਖ ਸੰਤਾਪ ਜਿੰਨੇ ਵੀ ਹੈਗੇ ਨੇ ਉਹ ਰੋਂਗ ਆਇਡੈਂਟੀਟੀ ਆਫ ਸੈਲਫ, ਮਤਲਬ ਆਪਣੀ ਸਾਡੀ ਆਇਡੈਂਟੀਟੀ ਜਿਹੜੀ ਹੈ ਉਹ ਅਸੀਂ ਪਹਿਚਾਨ ਨਹੀਂ ਪਾਏ, ਤਾਂ ਕਰਕੇ ਜੋ ਵੀ ਸਾਡੇ ਅੰਦਰ ਡਿਪਰੈਸ਼ਨ ਹੈ ਜਾਂ ਪਰੇਸ਼ਾਨੀਆਂ ਨੇ ਜਾਂ ਦੁੱਖ ਸੰਤਾਪ ਹੈਗੇ ਨੇ, ਅਸੀਂ ਜਾਣਦੇ ਹਾਂ। ਇੱਕ ਓਮਕਾਰ ਦਾ ਅਰਥ ਬਿਲਕੁਲ ਕਲੀਅਰ ਹੈ, ਆਪ ਸਾਰੇ ਜਾਣਦੇ ਹੋ ਕਿ ਪਰਮਾਤਮਾ ਇੱਕ ਹੈ ਤੇ ਉਹ ਨਿਰਾਕਾਰ ਹੈ। ਠੀਕ ਹੈ। ਸਤਨਾਮ ਮਾਨਤਾ ਹੈ ਜੋ
ਉਹਨਾਂ ਦੇ ਘਰ ਦੇ ਵਿੱਚ ਜੋ ਵੀ ਸ਼ਬਦ ਤੁਸੀਂ ਦੇਖੋਗੇ ਉਹ ਨਿਰਮਾਣਚਿਤ ਹੋਏਗਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਮੈਂ ਕੁਛ ਕਰਮ ਖੰਡ, ਇਸ ਦੁਨੀਆ ਦੇ ਤੋਂ ਪਰੇ, ਇਸ ਦੁਨੀਆ ਤੋਂ ਅਲੱਗ ਇੱਕ ਸਥਾਨ ਸੱਚਖੰਡ ਹੈ ਜਿੱਥੇ ਪਰਮਾਤਮਾ ਦਾ ਨਿਵਾਸ ਹੈ। ਹੁਣ ਇਸ ਗੱਲ ਨੂੰ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਜਦੋਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਕਿ ਰੱਬ ਰਹਿਆ ਸਭਨੀ ਜਾਏ, ਮਤਲਬ ਸਭਨੀ ਥਾਈ, ਤੂੰ ਸਭਨੀ ਥਾਈ ਜਿੱਥੇ ਹੋ ਜਾਏ, ਇਹ ਚੀਜ਼ ਅਸੀਂ ਪੜ੍ਹਦੇ ਹਾਂ। ਪਰ ਇਹ ਚੀਜ਼ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਪਰਮਾਤਮਾ ਜੋ ਗੁਰੂ ਸਾਹਿਬ ਦੀ ਸਥਿਤੀ ਹੈ, ਅਗਰ ਤੁਸੀਂ ਦੇਖੋਗੇ ਤੇ ਉਹ ਬਹੁਤ ਉੱਚੀ ਹੈ। ਤੇ ਉਹਨਾਂ ਦੇ ਲਈ ਅਗਰ ਅਸੀਂ ਦੇਖੀਏ ਕਿ ਮਸਕੀਨ ਜੀ ਦੀ ਕਥਾ ਵਿੱਚ ਤੁਸੀਂ ਸੁਣਿਆ ਹੋਵੇਗਾ ਜ਼ਿਆਦਾਤਰ ਕਿ ਉਹ ਇਹ ਦੱਸਦੇ ਨੇ ਕਿ ਅਗਰ ਕਿਸੇ ਦੀ ਨਜ਼ਰ ਕਿਸੇ ਦੀ ਲੈਟਸ ਸੇ ਫੇਸ ਦੇ ਉੱਪਰ ਅਗਰ ਪੈ ਗਈ ਤੇ ਉਹ ਸਿਰਫ ਉਹਦੇ ਫੇਸ ਜਾਂ ਚਿਹਰੇ ਦੇ ਉੱਪਰ ਹੀ ਕਨਸੈਂਟਰੇਟ ਕਰ ਪਾਏਗਾ, ਉਹ ਥੱਲੇ ਨਹੀਂ ਦੇਖ ਪਾਏਗਾ। ਇਸ ਤਰ੍ਹਾਂ ਹੀ ਗੁਰੂ ਸਾਹਿਬ ਦੀ ਜਿਹੜੀ ਸਥਿਤੀ ਸੀ ਉਹ ਇਤਨੀ ਉੱਚੀ ਸੀ ਕਿ ਉਹਨਾਂ ਨੂੰ ਹਰ ਥਾਂ ਤੇ ਸਿਰਫ ਪਰਮਾਤਮਾ, ਇੱਕ ਤੂੰ ਹੀ ਨਿਰੰਕਾਰ, ਇੱਕ ਨਿਰੰਕਾਰ ਹੀ ਦਿਖਦਾ। ਪਰ ਗੁਰੂ ਸਾਹਿਬ ਕਲੀਅਰ ਕਰਦੇ ਨੇ ਸਾਨੂੰ ਜਪਜੀ ਸਾਹਿਬ ਦੇ ਵਿੱਚ ਕਿ ਪਰਮਾਤਮਾ ਦਾ ਜਿਹੜਾ ਨਿਵਾਸ ਸਥਾਨ ਹੈ ਉਹ ਸੱਚਖੰਡ ਹੈ। ਸੱਚਖੰਡ ਦਾ ਮਤਲਬ ਹੈ ਜਿੱਥੇ ਸੱਚ ਦਾ ਨਿਵਾਸ ਹੈ। ਪਰਮਾਤਮਾ ਦਾ ਨਿਵਾਸ ਇਸ ਦੁਨੀਆ ਤੋਂ ਅਲੱਗ ਇੱਕ ਸੱਚਖੰਡ ਹੈ ਜਿੱਥੇ ਉਹਨਾਂ ਦਾ ਨਿਵਾਸ ਹੈ। ਇਸ ਦੇ ਬਾਰੇ ਅਸੀਂ ਹੋਰ ਦੇਖਾਂਗੇ ਕਿ ਅਸੀਂ ਡਿਟੇਲ ਦੇ ਵਿੱਚ ਅਗਰ ਇਸ ਗਿਆਨ ਦੇ ਵਿੱਚ। ਉਸ ਤੋਂ ਅਗਲੀ ਜਿਹੜੀ ਸਲਾਈਡ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਹੁਣ ਅਸੀਂ ਦੇਖਦੇ ਹਾਂ ਕਿ ਕੋਈ ਸਥੂਲ ਕੋਈ ਅੱਗ ਇਸ ਦੁਨੀਆ ਨੂੰ ਤੇ ਨਹੀਂ ਜਲਾ ਰਹੀ, ਬਟ ਅਸੀਂ ਦੇਖਦੇ ਹਾਂ ਕਿ ਅੱਜ ਦਾ ਜਿਹੜਾ ਟਾਈਮ ਹੈ ਉਹ ਅਸੀਂ ਦੇਖਦੇ ਹਾਂ ਕਿ ਵਿਕਾਰਾਂ ਨਾਲ ਭਰਿਆ ਹੋਇਆ। ਭਾਵੇਂ ਅਸੀਂ ਕਿਸੇ ਨੂੰ ਵੀ ਮਤਲਬ ਆਪਣੇ ਆਸ-ਪਾਸ ਹੀ ਦੇਖ ਲਈਏ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਜਿਹੜੀ ਅਗਨੀ ਹੈ ਉਹ ਸਾਡੇ ਮਤਲਬ ਵੀਰਾਂ ਭੈਣਾਂ ਨੂੰ ਇੱਕ ਤਰ੍ਹਾਂ ਨਾਲ ਜਲਾ ਰਹੀ ਹੈ, ਮਤਲਬ ਅੰਦਰੂਨੀ ਰੂਪ ਵਿੱਚ ਜਲਾ ਰਹੀ ਹੈ। ਤੇ ਗੁਰੂ ਸਾਹਿਬ ਇਹ ਅਰਦਾਸ ਕਰਦੇ ਨੇ ਪਰਮਾਤਮਾ ਤੋਂ ਕਿ ਜਗਤ ਨੂੰ ਜਲਨ ਤੋਂ ਬਚਾ ਲੈ ਤੇ ਆਪਣੀ ਕਿਰਪਾ ਕਰ। ਇਹ ਪਰਮਾਤਮਾ ਦੇ ਅੱਗੇ ਗੁਰੂ ਸਾਹਿਬ ਦੀ ਇੱਕ ਅਰਦਾਸ ਹੈ ਕਿ ਜਲਦਾ ਸਥੂਲ ਰੂਪ ਵਿੱਚ ਨਹੀਂ ਹੈ, ਪਰ ਇਹ ਫੈਕਟ ਹੈ ਕਿ ਅਸੀਂ ਇਸ ਵੇਲੇ ਵਿਕਾਰਾਂ ਦੀ ਅਗਨੀ ਵਿੱਚ ਅਸੀਂ ਜਲ ਰਹੇ ਹਾਂ, ਜਿਨ੍ਹਾਂ ਤੋਂ ਬਚਾਉਣ ਵਾਲਾ ਸਿਰਫ ਇੱਕ ਪਰਮਾਤਮਾ ਹੀ ਹੈ, ਹੋਰ ਕੋਈ ਨਹੀਂ ਸਾਨੂੰ ਇਹਦੇ ਵਿੱਚ ਬਚਾ ਸਕਦਾ। ਅਗਰ ਅਸੀਂ ਉਹਨਾਂ ਦੀ ਯਾਦ ਵਿੱਚ ਰਹੀਏ, ਮੈਡੀਟੇਟ ਕਰੀਏ, ਯਾਦ ਕਰੀਏ ਉਹਨਾਂ ਨੂੰ, ਤੇ ਅਸੀਂ ਇਹਨਾਂ ਵਿਕਾਰਾਂ ਤੋਂ ਬਚ ਸਕਦੇ ਹਾਂ। ਨੈਕਸਟ ਸਲਾਈਡ ਵਿੱਚ ਅਸੀਂ ਦੇਖਦੇ ਹਾਂ ਕਿ ਮਨ ਨੂੰ ਜਿੱਤਣ ਦਾ ਤਰੀਕਾ ਕੀ ਹੈ, ਕਿ ਮਨ ਜੀਤੈ ਜਗ ਜੀਤ। ਇਹ ਗੁਰੂ ਸਾਹਿਬ ਨੇ ਕਿਹਾ ਹੈ ਕਿ ਸਾਡੇ ਜਿਹੜੇ ਕਰਮ ਇੰਦਰੀ ਹੈਗੇ ਨੇ ਉਹ ਇੱਕ ਘੋੜੇ ਦੀ ਤਰ੍ਹਾਂ, ਜਿਸ ਤਰ੍ਹਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਡੇ ਕਰਮ ਇੰਦਰੀ, ਜਿਹਦੇ ਵਿੱਚ ਸਾਡੀਆਂ ਅੱਖਾਂ, ਕੰਨ, ਨੱਕ, ਇਹ ਸਾਡੇ ਕਰਮ ਇੰਦਰੀ ਹੈਗੇ ਨੇ। ਇਹ ਪੰਜ ਕਰਮ ਇੰਦਰੀ ਸਾਡੇ ਤਾਂ ਤੱਕ ਕੰਟਰੋਲ ਵਿੱਚ ਨਹੀਂ ਆ ਸਕਦੇ ਜਦੋਂ ਤੱਕ ਅਸੀਂ ਇਸ ਦੇ ਉੱਪਰ ਵਰਕ ਨਾ ਕਰੀਏ। ਇਸ ਦੇ ਉੱਪਰ ਸਾਨੂੰ ਜਿੱਤ ਪਾਣੀ ਹੈ ਤੇ ਜਿੱਤ ਪਾਉਣ ਵਾਸਤੇ ਅਸੀਂ ਜਦੋਂ ਤੱਕ ਕੁਝ ਪ੍ਰਯਾਸ ਨਹੀਂ ਕਰਾਂਗੇ, ਜਦੋਂ ਤੱਕ ਅਸੀਂ ਪਰਮਾਤਮਾ ਦੀ ਯਾਦ ਨਾਲ ਨਹੀਂ ਜੁੜਾਂਗੇ ਤੇ ਅਸੀਂ ਇਹਨਾਂ ਕਰਮ ਇੰਦਰੀਆਂ ਦੇ ਉੱਪਰ ਜਿੱਤ ਪਾ ਹੀ ਨਹੀਂ ਸਕਦੇ। ਇਸ ਸਲਾਈਡ ਦੇ ਉੱਪਰ ਇਹ ਸ਼ੋ ਕੀਤਾ ਹੈ। ਨੈਕਸਟ ਸਲਾਈਡ ਹੈ ਰਾਜਯੋਗ ਦੇ ਬਾਰੇ। ਜੋ ਰਾਜਯੋਗ ਮੈਡੀਟੇਸ਼ਨ ਇਸ ਸੰਸਥਾ ਦੇ ਵਿੱਚ ਸਿਖਾਇਆ ਜਾਂਦਾ ਹੈ, ਅਸੀਂ ਵੇਖਦੇ ਹਾਂ ਕਿ ਇਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਕੀਤਾ ਗਿਆ। ਅਗਰ ਤੁਸੀਂ 1389 1390 ਅੰਕ ਦੇ ਵਿੱਚ ਗੁਰਬਾਣੀ ਦੇ ਵਿੱਚ ਦੇਖੋਗੇ, ਉਹਦੇ ਵਿੱਚ ਲਿਖਿਆ ਹੈ ਕਿ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ, ਰਾਜ ਜੋਗ ਮਾਣਿਓ ਬਸਿਓ ਨਿਰਵੈਰ ਨਿਰੰਤਰ ਸਗਲ ਸ੍ਰਿਸ਼ਟ ਉਦਰੀ ਲੈ ਨਾਮ ਨਿਰੰਤਰ। ਤੁਸੀਂ ਦੇਖੋਗੇ ਕਿ ਰਾਜ ਯੋਗ ਇੱਕ ਐਸਾ ਯੋਗ ਹੈ, ਜਦੋਂ ਅਸੀਂ ਪਿਛਲੀ ਸਲਾਈਡ ਵਿੱਚ ਦੇਖਿਆ ਸੀ ਕਿ ਮਨ ਜੀਤੇ ਜਗ ਜੀਤ। ਅਸੀਂ ਇਹ ਰੋਜ਼ ਪੜ੍ਹਦੇ ਤੇ ਹਾਂ ਜਪਜੀ ਸਾਹਿਬ ਦੇ ਵਿੱਚ, ਪਰ ਅਸੀਂ ਉਸ ਨੂੰ ਜਿੱਤਣਾ ਕਿਸ ਤਰ੍ਹਾਂ, ਮਨ ਨੂੰ ਆਪਣੇ ਜਿੱਤਣਾ ਕਿਸ ਤਰ੍ਹਾਂ, ਉਹ ਅਸੀਂ ਦੇਖਦੇ ਹਾਂ ਕਿ ਰਾਜਯੋਗ ਇੱਕ ਐਸਾ ਤਰੀਕਾ ਹੈ ਕਿ ਜਿਹਦੇ ਨਾਲ ਬੇਸਿਕਲੀ ਹੈ ਕਿ ਰਾਜਯੋਗ ਕਿ ਆਪਣੇ ਇੱਕ ਐਸਾ ਯੋਗ, ਇੱਕ ਐਸਾ ਮੈਡੀਟੇਸ਼ਨ, ਇੱਕ ਪਰਮਾਤਮਾ ਨੂੰ ਯਾਦ ਕਰਨ ਦਾ ਇੱਕ ਐਸਾ ਤਰੀਕਾ ਜਿਹਦੇ ਨਾਲ ਅਸੀਂ ਆਪਣੇ ਹੀ ਕਰਮ ਇੰਦਰੀਆਂ ਦੇ ਉੱਪਰ ਰਾਜ ਕਰੀਏ। ਕਿਉਂਕਿ ਅਸੀਂ ਆਪਣੇ ਕਰਮ ਇੰਦਰੀਆਂ ਦੇ ਇਸ ਵੇਲੇ ਗੁਲਾਮ ਬਣਿਆ, ਜਿਸੇ ਕਰਕੇ ਅਸੀਂ ਜਿਹੜੇ ਅਸੀਂ ਲਾਸਟ ਸਲਾਈਡ ਵਿੱਚ ਦੇਖ ਰਹੇ ਸੀ ਕਿ ਇਹ ਦੁਨੀਆ ਜਿਹੜੀ ਹੈ ਆਪਣੇ ਕਰਮ ਇੰਦਰੀਆਂ ਦੇ ਗੁਲਾਮ ਹੋਣ ਕਰਕੇ
ਜੋ ਹੈ ਉਹ ਜਲਦੀ ਪਈ ਹੈ, ਵਿਕਾਰਾਂ ਦੇ ਅਗਨੀ ਵਿੱਚ ਅਸੀਂ ਜਲ ਰਹੇ ਹਾਂ ਬੇਸਿਕਲੀ। ਇਹੀ ਕਾਰਨ ਹੈ ਕਿ ਅੱਜ ਦੇਖੋਗੇ ਤੁਸੀਂ ਮੈਕਸਿਮਮ ਲੋਕਾਂ ਨੂੰ ਕੁਛ ਨਾ ਕੁਛ ਮਾਨਸਿਕ ਬਿਮਾਰੀ, ਕੁਛ ਨਾ ਕੁਛ डिप्रेशन या कुछ ना कुछ, ਇਹ ਬੜਾ ਕਾਮਨ ਜੀ ਚੀਜ਼ ਹੋ ਗਈ, ਬਲੱਡ ਪ੍ਰੈਸ਼ਰ ਹਾਈ ਹੋਣਾ ਜਾਂ ਇਸ ਤਰ੍ਹਾਂ ਦੀ ਚੀਜ਼ ਬਹੁਤ ਕਾਮਨ ਹੋ ਗਈ। क्यों? क्योंकि ਅਸੀਂ ਆਪਣੇ ਜੋ ਮਨ ਹੈ ਉਸ ਦੇ ਉੱਪਰ ਅਸੀਂ ਵਰਕ ਨਹੀਂ ਕੀਤਾ। ਤੇ ਇਹ ਸਲਾਈਡ ਦੇ ਵਿੱਚ ਇਹ ਲਿਖਿਆ ਹੈ ਕਿ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਤੇ ਮਾਰੇ। ਨੈਕਸਟ ਸਲਾਈਡ ਹੈ, ਅਸੀਂ ਸੁਖਮਨੀ ਸਾਹਿਬ ਦੇ ਵਿੱਚ ਦੇਖਦੇ ਹਾਂ ਗੁਰੂ ਸਾਹਿਬ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੇ ਮਿਟਾਓ। ਹੁਣ ਇਹਦਾ ਮਤਲਬ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਪਰਮਾਤਮਾ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਿ परमात्मा ਨੂੰ याद करना, सिमरो सिमर सिमर सुख पाओ। ਤੇ ਅਗਲੀ ਲਾਈਨ ਹੈ ਕਲ ਕਲੇਸ਼ ਤਨ ਮਾਇ ਮਿਟਾਓ। ਹੁਣ ਇਸ ਨੂੰ ਗਹਿਰਾਈ ਨਾਲ ਲੈਣਾ, ਗੁਰੂ ਸਾਹਿਬ ਕਹਿ ਰਹੇ ਨੇ ਕਿ ਕਲ ਕਲੇਸ਼ ਆਪਣੇ ਤਨ ਤੋਂ ਤੁਹਾਡੇ ਨਿਕਲਦੇ ਜਾਣਗੇ ਜਦੋਂ ਅਸੀਂ ਗੁਰਬਾਣੀ ਜਾਂ ਅਸੀਂ ਪਰਮਾਤਮਾ ਨੂੰ ਯਾਦ ਕਰਾਂਗੇ। ਹੁਣ ਇਹ ਚੀਜ਼ ਸਮਝਣੀ ਜ਼ਰੂਰੀ ਹੈ ਕਿ ਪਰਮਾਤਮਾ ਨੂੰ ਯਾਦ ਕਰਕੇ ਠੀਕ ਹੈ ਮਨ ਤੇ ਸਾਡਾ ਜਿਹੜਾ ਉਹ ਨਾਰਮਲ ਹੋ ਜਾਏਗਾ, ਅਸੀਂ ਮਨ ਜਿਹੜਾ ਉਹ ਸ਼ਾਂਤ ਹੋ ਜਾਏਗਾ। ਇੱਥੇ ਲਿਖਿਆ ਕਲ ਕਲੇਸ਼ ਤਨ ਮਾਹੇ ਮਿਟਾਓ। ਹੁਣ ਇਹਨੂੰ ਅਸੀਂ ਗਹਿਰਾਈ ਨਾਲ ਸਮਝਣਾ ਹੈ। ਅਜੋਕੀ ਸਾਇੰਸ ਜਿਹੜੀ ਹੈ ਉਹ ਇਹ ਬਿਲੀਵ ਕਰਦੀ ਹੈ, ਤੁਸੀਂ ਦੇਖੋਗੇ ਕਿ ਮੈਕਸਿਮਮ ਜਿਹੜੇ ਸਾਡੇ ਰੋਗ ਹੈਗੇ ਨੇ, ਸਾਡੇ ਤਨ ਦੇ ਰੋਗ ਹੈਗੇ ਨੇ, ਉਹ ਸਾਈਕੋਸੋਮੈਟਿਕ ਹੈਗੇ ਨੇ। ਅਗਰ ਤੁਸੀਂ ਗੂਗਲ ਦੇ ਵਿੱਚ ਵੀ ਦੇਖੋਗੇ ਤੇ 90% 80 to 90% ਜਿਹੜੇ ਅੱਜ ਦੀ ਸਾਇੰਸ ਮੰਨਦੀ ਹੈ ਉਹ ਕਹਿੰਦੀ ਹੈ ਕਿ ਰੋਗ ਜਿਹੜੇ ਸਾਡੇ ਤਨ ਦੇ ਉੱਪਰ ਆਉਂਦੇ ਨੇ ਉਹ ਮਨ ਦੇ ਕਰਕੇ ਆਉਂਦੇ ਨੇ। ਅਗਰ ਸਾਡਾ ਮਨ ਬਿਮਾਰ ਹੈ, ਅਗਰ ਸਾਡਾ ਮਨ ਰੋਗੀ ਹੈ ਤੇ ਫਿਰ ਸਾਡੇ ਤਨ ਦੇ ਉੱਪਰ ਉਹ ਰੋਗ ਆਏਗਾ ਹੀ ਆਏਗਾ। ਐਸਾ ਹੋ ਹੀ ਨਹੀਂ ਸਕਦਾ ਕਿ ਉਹ ਸਾਡਾ ਮਨ ਜਿਹੜਾ ਹੈ ਉਹ ਤੰਦਰੁਸਤ ਹੈ ਤੇ ਸਾਡਾ ਤਨ ਜਿਹੜਾ ਹੈ ਠੀਕ ਹੈ। ਰੋਗੀ ਹੋਣ ਦੇ ਹੋਰ ਵੀ ਕਾਰਨ ਹੈਗੇ ਨੇ, ਐਸਾ ਨਹੀਂ ਹੈ ਕਿ ਨਹੀਂ ਹੋਰ ਕੋਈ ਕਾਰਨ ਨਹੀਂ ਹੋ ਸਕਦਾ। 10% ਚਾਂਸਸ ਹੈਗੇ ਨੇ ਕਿ ਅਗਰ ਲੈਟਸ ਸੇ ਅਗਰ ਵੈਦਰ ਚੇਂਜ ਜਾਂ ਕੁਝ ਹੋਰ ਚੀਜ਼ ਹੋ ਤੇ ਉਹ ਸਾਡੇ ਬਾਡੀ ਦੇ ਉੱਪਰ ਇੰਪੈਕਟ ਕਰਦੀਆਂ ਨੇ, ਸਾਡੇ ਆਪਣੇ ਕਰਮ ਵੀ ਉਸ ਚੀਜ਼ ਨੂੰ ਇੰਪੈਕਟ ਕਰਦੇ ਨੇ। ਬਟ ਅਗਰ ਤੁਸੀਂ ਦੇਖੋ ਕਿ 80 to 90% ਜਿਹੜੇ ਰੋਗ ਹੈਗੇ ਨੇ ਉਹ ਅਜੋਕੀ ਸਾਇੰਸ ਮੰਨਦੀ ਹੈ ਉਹ ਸਾਈਕੋਸੋਮੈਟਿਕ ਰੋਗ ਹੈਗੇ ਨੇ। ਤੇ ਉਹਦਾ ਮਤਲਬ ਕੀ ਹੈ ਕਿ ਜੋ ਜਿਨ੍ਹਾਂ ਵਿਕਾਰਾਂ ਰੂਪੀ ਜਿਹੜੀ ਮੈਲ ਹੈ ਉਹ ਸਾਡੇ ਮਨ ਨੂੰ ਜੋ ਪਰੇਸ਼ਾਨ ਕਰ ਰਹੀ ਹੈ ਉਹਦੇ ਕਰਕੇ ਸਾਡਾ ਤਨ ਵੀ ਰੋਗੀ ਹੋ ਰਿਹਾ। ਮੈਕਸਿਮਮ ਤੁਸੀਂ ਦੇਖੋਗੇ ਬਲੱਡ ਪ੍ਰੈਸ਼ਰ ਹਾਈ ਹੋਣਾ ਜਾਂ ਅੱਜ ਕੱਲ੍ਹ ਜੋ ਡਿਪਰੈਸ਼ਨ ਜੋ ਬਹੁਤ ਤੇਜ਼ੀ ਨਾਲ ਜਿਹੜਾ ਵੱਧ ਰਿਹਾ ਹੈ ਉਹਦਾ ਰੀਜ਼ਨ ਹੀ ਇਹੀ ਹੈ ਕਿ ਅਸੀਂ ਪਰਮਾਤਮਾ ਨੂੰ ਜਿਹੜਾ ਭੁੱਲਿਆ ਹੋਇਆ। ਬੇਸਿਕਲੀ ਅਸੀਂ ਆਪਣੇ ਆਪ ਦੇ ਉੱਤੇ ਵਰਕ ਨਹੀਂ ਕੀਤਾ ਹੋਇਆ। ਅਸੀਂ ਮੈਡੀਟੇਟ ਜਿਹੜਾ ਲਿਖਿਆ ਹੈ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ। ਪਰਮਾਤਮਾ ਦੀ ਯਾਦ ਇੱਕ ਐਸੀ ਚੀਜ਼ ਹੈ ਜੋ ਸਾਡੇ ਮਨ ਦੇ ਰੋਗਾਂ ਨੂੰ ਪਹਿਲਾਂ ਤੇ ਖਤਮ ਕਰਦੀ ਹੈ। ਜਦੋਂ ਸਾਡਾ ਮਨ ਦਰੁਸਤ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਸਾਡਾ ਤਨ ਵੀ ਜਿਹੜਾ ਹੈ ਉਹ ਹੈਲਦੀ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਨੈਕਸਟ ਸਲਾਈਡ ਦੇ ਵਿੱਚ ਕਿ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਮਾਹੇ ਨ ਖਾਲਸ ਜਾਣੈ। ਤੇ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ, ਪਰਮਾਤਮਾ ਨੂੰ ਯਾਦ ਕਰਨ ਦਾ ਬੇਸਿਕਲੀ ਰੀਜ਼ਨ ਕੀ ਹੈ? ਕਿਉਂਕਿ ਸਾਡੇ ਅੰਦਰ ਇਤਨੇ ਜਨਮਾਂ ਦੀ ਮੈਲ ਇੱਕ ਜੋ ਹੈ ਉਹ ਇਤਨੀ ਜ਼ਿਆਦਾ ਭਰ ਗਈ ਹੈ ਕਿ ਉਹਦੇ ਰੀਜ਼ਨ ਕਰਕੇ ਸਾਨੂੰ ਸਾਡੀ ਜਿਹੜੀ ਆਤਮਿਕ ਜੋਤ ਹੈ ਉਹ ਬੁਝੀ ਹੋਈ ਹੈ। ਹੁਣ ਅਸੀਂ ਆਪਣੀ ਆਤਮਿਕ ਜੋਤ ਨੂੰ ਅਗਰ ਜਗਾਉਣਾ ਹੈ ਤੇ ਨੈਕਸਟ ਸਲਾਈਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ। ਖਾਲਸ ਅਸੀਂ ਇਸ ਸ਼ਬਦ ਦੇ ਵਿੱਚ ਸਟਾਰਟਿੰਗ ਦੇ ਵਿੱਚ ਉਹਦਾ ਪ੍ਰੋਸੀਜਰ ਵੀ ਦੱਸਿਆ ਕਿ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਮਾਨੈ। ਤੇ ਇਸ ਕਿ ਅਸੀਂ ਆਪਣੀ ਆਤਮਿਕ ਜੋਤ ਜਗਾਣੀ ਕਿਸ ਤਰ੍ਹਾਂ ਹੈ ਉਹ ਵੀ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਕਿ ਅਸੀਂ ਆਪਣੇ ਆਪ ਨੂੰ ਇੱਕ ਜਾਗਦੀ ਜੋਤ ਸਮਝ ਕੇ ਆਪਣੇ ਜੀਵਨ ਵਿੱਚ ਵਿਚਰੀਏ। ਕਿ ਅਸੀਂ ਕੀ ਕਰਨਾ ਹੈ ਆਪਣੇ ਆਪ ਨੂੰ, ਅਗਰ ਅਸੀਂ ਆਪਣੇ ਆਪ ਨੂੰ ਜੋਤ ਨਹੀਂ ਸਮਝਦੇ, ਅਗਰ ਅਸੀਂ ਆਪਣੇ ਆਪ ਨੂੰ ਇਹ ਦੇਹ ਸਮਝਦੇ ਹਾਂ ਜਾਂ ਆਪਣੇ ਈਗੋ ਵਿੱਚ ਰਹਿੰਦੇ ਹਾਂ, ਦੇਹ ਭਾਨ ਵਿੱਚ ਰਹਿੰਦੇ ਹਾਂ, ਬੋਡੀ ਕੌਨਸ਼ੀਅਸਨੈਸ ਵਿੱਚ ਰਹਿੰਦੇ ਹਾਂ, ਅਸੀਂ ਕਦੀ ਵੀ ਪਰਮਾਤਮਾ ਦੀ ਯਾਦ ਵਿੱਚ ਰਹਿ ਹੀ ਨਹੀਂ ਸਕਦੇ। ਕਿਉਂਕਿ ਪਰਮਾਤਮਾ ਅਸੀਂ ਜਾਣਦੇ ਹਾਂ ਇੱਕ ਨਿਰਾਕਾਰ ਹੈ। ਇਸੇ ਤਰ੍ਹਾਂ ਅਸੀਂ ਆਤਮਾ ਜੋਤ ਸਰੂਪ ਅਸੀਂ ਵੀ ਨਿਰਾਕਾਰ ਹੈਗੇ ਆ। ਇਹ ਬੋਡੀ ਤੇ ਸਿਰਫ ਇੱਕ ਵਸਤਰ ਹੈ, ਅਸੀਂ ਲਿੱਤਾ ਅੱਜ ਹੈ ਕੱਲ ਨਹੀਂ ਹੋਏਗਾ। ਅਸੀਂ ਜਾਣਦੇ ਹਾਂ ਕਿ ਪੂਰਨ ਜੋਤ ਜਗੈ ਘਟ ਮੈਂ, ਜਦੋਂ ਆਤਮਿਕ ਜੋਤ ਜਿਹੜੀ ਹੈ ਉਹ ਪੂਰਨ ਤੌਰ ਤੇ ਜਗ ਜਾਂਦੀ ਹੈ ਤਾਂ ਅਸੀਂ ਖਾਲਸ ਬਣਦੇ ਹਾਂ, ਤਾਂ ਅਸੀਂ ਪਿਓਰ ਬਣਦੇ ਹਾਂ। ਉਸ ਤੋਂ ਬਿਨਾਂ ਅਸੀਂ ਖਾਲਸ ਬਣ ਨਹੀਂ ਸਕਦੇ। ਇਹ ਸਾਨੂੰ ਕਨਸੈਪਟ ਗੁਰੂ ਗੋਬਿੰਦ ਸਿੰਘ ਜੀ ਨੇ 33 ਸਵਈਏ ਦੇ ਵਿੱਚ ਕਲੀਅਰ ਕੀਤਾ ਹੈ। ਨੈਕਸਟ ਜਿਹੜੀ ਹੈ ਸਲਾਈਡ, ਜਿਹੜੀ ਲਾਸਟ ਸਲਾਈਡ ਹੈ, ਇਹਦੇ ਵਿੱਚ ਲਿਖਿਆ ਹੈ ਜਿਨ ਮਾਨਸ ਤੇ ਦੇਵਤੇ ਕੀਏ
ਕਰਤ ਨਾ ਲਾਗੀ ਵਾਰ। ਇਹਦਾ ਮਤਲਬ ਜਦੋਂ ਅਸੀਂ ਆਤਮਿਕ ਜੋਤ ਸਾਡੀ ਪੂਰਨ ਤੌਰ ਤੇ ਜਗ ਜਾਂਦੀ ਹੈ ਤਾਂ ਮਨੁੱਖ ਤੋਂ ਦੇਵਤਾ ਬਣਨ ਵਿੱਚ ਕੋਈ ਸਮਾਂ ਨਹੀਂ ਲੱਗਦਾ। ਤੇ ਇਹ ਕੰਮ ਪਰਮਾਤਮਾ ਦੀ ਯਾਦ ਦੇ ਨਾਲ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਇੱਕ ਪੁਆਇੰਟ ਆਫ ਲਾਈਟ ਉੱਪਰ ਦਿਖਾਇਆ ਹੈ। ਪਰਮਾਤਮਾ ਜੋ ਨਿਰਾਕਾਰ ਹੈ, ਜੋ ਪ੍ਰਕਾਸ਼ ਸਰੂਪ ਹੈ, ਉਸ ਨੂੰ ਅਗਰ ਅਸੀਂ ਯਾਦ ਕਰਾਂਗੇ ਤੇ ਅਸੀਂ ਸਾਡੇ ਦੇਵਤਿਆਂ ਤੇ ਮਨੁੱਖਾਂ ਦੇ ਵਿੱਚ ਸਿਰਫ ਇਹੀ ਅੰਤਰ ਹੈ। ਮਸਕੀਨ ਜੀ ਦੀ ਕਥਾ ਵਿੱਚ ਤੁਸੀਂ ਸੁਣਿਆ ਜ਼ਰੂਰ ਹੋਵੇਗਾ ਕਿ ਮਨੁੱਖ ਤੇ ਦੇਵਤਾ ਵਿੱਚ ਸਿਰਫ ਇਤਨਾ ਅੰਤਰ ਹੈ ਕਿ ਮਨੁੱਖ ਜਿਹੜੇ ਹੈਗੇ ਨੇ ਉਹਨਾਂ ਦੀ ਜੋਤ ਜਿਹੜੀ ਹੈ ਉਹ ਉਝਾਈ ਹੋਈ ਹੈ, ਬੁਝੀ ਹੋਈ ਹੈ। ਦੇਵਤਿਆਂ ਦੇ ਜਿਨ੍ਹਾਂ ਦੇ ਦੀਵੇ ਜਗੇ ਹੋਏ ਨੇ ਉਹ ਦੇਵਤਾ ਨੇ। ਦੀਵੇ ਜਗੇ ਹੋਣਾ ਤੇ ਦੀਵੇ ਬੁਝੇ ਹੋਣਾ ਇਹ ਸਿਰਫ ਡਿਫਰੈਂਸ ਹੈ ਕਿ ਦੀਵੇ ਅਗਰ ਆਤਮਿਕ ਦੀਵੇ ਜੋ ਅਗਰ ਬੁਝੇ ਹੋਏ ਨੇ ਤੇ ਅਸੀਂ ਮਨੁੱਖ ਹੈਗੇ ਆ। ਮਨੁੱਸ਼ ਅਗਰ ਤੁਸੀਂ ਵਰਡ ਹਿੰਦੀ ਦਾ ਵਰਡ ਦੇਖੋਗੇ ਮਨੁੱਸ਼ ਤੇ ਮਨ ਉਸ਼ ਮਤਲਬ ਕਿ ਵਿਸ਼ੇ ਵਿਕਾਰਾਂ ਦੇ ਵਿੱਚ ਮਨ ਜਿਹੜਾ ਉਹ ਭਟਕ ਰਿਹਾ ਤੇ ਤਾਂ ਕਰਕੇ ਮਨੁੱਸ਼ ਵਰਡ ਜਿਹੜਾ ਉਹ ਯੂਜ਼ ਹੁੰਦਾ ਹੈ। ਤੇ ਦੇਵਤਿਆਂ ਦਾ ਜਿਹੜਾ ਵਰਡ ਹੈ ਉਹ ਨਿਕਲਿਆ ਹੈ ਕਿ ਵੀ ਜਿਨ੍ਹਾਂ ਦੀ ਆਤਮਿਕ ਜੋਤ ਦੀਵੇ ਜਿਹੜੇ ਹੈਗੇ ਨੇ, ਆਤਮਿਕ ਜੋਤ ਹੈ ਉਹ ਜਗੀ ਹੋਈ ਹੈ ਤੇ ਉਹ ਦੇਵਤਾ ਨੇ। ਤੇ ਅਸੀਂ ਖਾਲਸ ਬਣ ਕੇ ਅਸੀਂ ਪਰਮਾਤਮਾ ਦੀ ਯਾਦ ਦੇ ਨਾਲ ਪਰਮਾਤਮਾ ਨੂੰ ਮੈਡੀਟੇਟ ਕਰਕੇ ਯਾਦ ਕਰਕੇ ਅਸੀਂ ਮਨੁੱਖ ਤੋਂ ਦੇਵਤਾ ਯਾਨੀ ਕਿ ਇੱਕ ਦੀਵੇ ਆਪਣੀ ਆਤਮਿਕ ਦੀਵੇ ਅਸੀਂ ਜਗਾ ਸਕਦੇ ਹਾਂ। ਤੇ ਇਹ ਬੇਸਿਕਲੀ ਸਲਾਈਡਸ ਦਿਖਾਉਣ ਦਾ ਬੇਸਿਕਲੀ ਜਿਹੜਾ ਮੋਟਿਵ ਸੀ ਉਹ ਇਹੀ ਸੀ ਕਿ ਸਾਨੂੰ ਇਸ ਆਪਣੇ ਆਤਮਿਕ ਦੀਵੇ ਜਿਹੜੇ ਹੈਗੇ ਨੇ ਜੋ ਕਈ ਜਨਮਾਂ ਦੇ ਮੈਲ ਹੋਣ ਕਰਕੇ ਬੁਝੇ ਹੋਏ ਨੇ ਇਸ ਟਾਈਮ ਦੇ ਉੱਤੇ, ਉਸ ਨੂੰ ਅਸੀਂ ਜਗਾਉਣਾ ਹੈ। ਤੇ ਉਹ ਜਗਣਗੇ ਕਿਸ ਤਰ੍ਹਾਂ? ਜਗਨ ਦਾ ਤਰੀਕਾ ਸਿਰਫ ਇਹੀ ਹੈ ਕਿ ਅਸੀਂ ਪ੍ਰਕਾਸ਼ ਸਰੂਪ ਪਰਮਾਤਮਾ ਨੂੰ ਯਾਦ ਕਰੀਏ। ਯਾਦ ਕਿਸ ਤਰ੍ਹਾਂ ਕਰਨਾ ਹੈ, ਮੈਡੀਟੇਟ ਕਿਸ ਤਰ੍ਹਾਂ ਕਰਨਾ ਹੈ, ਉਹਦਾ ਤਰੀਕਾ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਅਗਰ ਤੁਸੀਂ ਦੇਖੋਗੇ ਅਗਰ ਜੋ ਹੈ ਰਾਜਯੋਗ ਜਿਸ ਦੇ ਬਾਰੇ ਅਸੀਂ ਗੁਰਬਾਣੀ ਵਿੱਚ ਵੀ ਸੁਣਿਆ ਹੈ ਕਿ ਕਵਕਲ ਸੁਜਸ ਗਾਵੋ ਗੁਰੂ ਨਾਨਕ, ਉਹ ਰਾਜਯੋਗ ਦੇ ਬਾਰੇ ਸਿਰਫ ਇਹਨਾਂ ਪੰਕਤੀਆਂ ਦੇ ਵਿੱਚ ਨਹੀਂ ਲਿਖਿਆ ਹੋਇਆ। ਅਗਰ ਤੁਸੀਂ ਗੌਰ ਕਰੋਗੇ, ਅਗਰ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋਗੇ ਪੂਰਾ ਇੱਕ ਦੋ ਅੰਗ ਜਿਹੜੇ ਹੈਗੇ ਨੇ 1389 1390 ਅੰਗ ਦੇ ਵਿੱਚ ਰਾਜਯੋਗ ਦੇ ਬਾਰੇ ਪੂਰੀ ਡਿਟੇਲ ਦਿੱਤੀ ਹੈ ਕਿ ਉਹਦੇ ਵਿੱਚ ਉਹਦੇ ਨਾਲ ਉਹਦਾ ਅਭਿਆਸ ਕਰਨ ਨਾਲ ਸਾਨੂੰ ਫਾਇਦਾ ਕੀ ਹੁੰਦਾ ਹੈ, ਸਾਨੂੰ ਕੁਝ ਪ੍ਰਾਪਤੀ ਕੀ ਹੁੰਦੀ ਹੈ। ਇਹ ਗੁਰਬਾਣੀ ਦੇ ਵਿੱਚ ਤੁਸੀਂ ਆਪ ਵੇਖ ਸਕਦੇ ਹੋ ਜਿਹਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਰਾਜਯੋਗ ਦੇ ਅਭਿਆਸ ਨਾਲ ਬੇਸਿਕਲੀ ਸਾਨੂੰ ਐਡਵਾਂਟੇजेस ਕੀ ਹੁੰਦੇ ਨੇ। ਤੇ ਤੁਸੀਂ ਇਸ ਬਾਰੇ ਜ਼ਰੂਰ ਆਪਣੀ ਜਿਹੜੀ ਹੈ ਵਿਚਾਰ ਜ਼ਰੂਰ ਆਪਣੇ ਕਰਨਾ ਤੇ ਇਸ ਰਾਜਯੋਗ ਨੂੰ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਜ਼ਰੂਰ ਅਪਣਾਉਣ ਦੇ ਬਾਰੇ ਵਿਚਾਰ ਕਰਨਾ, ਕਿਉਂਕਿ ਇਹ ਰਾਜਯੋਗ ਮੈਡੀਟੇਸ਼ਨ ਜਿਹੜਾ ਹੈ ਜੋ ਇੱਧਰ ਬ੍ਰਹਮਾ ਕੁਮਾਰੀਸ ਦੇ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਹੈ। ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿਉਂਕਿ ਰਾਜਯੋਗ ਦਾ ਅਭਿਆਸ ਕਰਦੇ ਹੋਇਆ ਮੈਨੂੰ ਗੁਰਬਾਣੀ ਜਿਹੜੀ ਹੈ ਗੁਰੂ ਨਾਨਕ ਦੇ ਜਿਹੜੇ ਬਚਨ ਨੇ ਉਹ ਕਲੀਅਰ ਹੋਏ ਨੇ ਕਿ ਗੁਰੂ ਸਾਹਿਬ ਕਹਿਣਾ ਕੀ ਚਾਹ ਰਹੇ ਨੇ। ਗੁਰਬਾਣੀ ਅਸੀਂ ਵੈਸੇ ਵੀ ਪੜ੍ਹਦੇ ਹਾਂ ਤੇ ਇੱਕ ਗੁਰੂ ਸਾਹਿਬ ਜਿਵੇਂ ਕਹਿੰਦੇ ਨੇ ਨਾ ਕਿ ਬਦਾ ਚੱਟੀ ਜੋਤ ਭਰੇ ਨਾ ਗੁਣ ਨਾ ਉਪਕਾਰ, ਕਿ ਇਸ ਸਿਰਫ ਫॉर द ਸੇਕ ਆਫ ਇਟ ਅਸੀਂ ਗੁਰਬਾਣੀ ਨਹੀਂ ਪੜ੍ਹਨੀ, ਅਸੀਂ ਗੁਰਬਾਣੀ ਨੂੰ ਆਪਣੇ ਪ੍ਰੈਕਟੀਕਲ ਲਾਈਫ ਦੇ ਵਿੱਚ ਅਪਣਾਉਣਾ ਹੈ ਤਾਂ ਸਾਡਾ ਗੁਰੂ ਸਾਹਿਬ ਦਾ ਗੁਰੂ ਨਾਨਕ ਗੁਰਪੁਰਬ ਮਨਾਇਆ ਹੋਇਆ ਸਫਲ। ਨਹੀਂ ਤੇ ਅਸੀਂ ਗੁਰਪੁਰਬ ਮਨਾਉਂਦੇ ਜਾਵਾਂਗੇ, ਕੀਰਤਨ ਸੁਣਦੇ ਜਾਵਾਂਗੇ ਤੇ ਨਾਲ ਅਸੀਂ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਕੋਈ ਚੇਂਜਸ ਨਹੀਂ ਲਿਆਵਾਂਗੇ। ਤੇ ਕੋਈ ਚੇਂਜਸ ਅਗਰ ਨਹੀਂ ਲਿਆਏ ਤੇ ਫਿਰ ਅਸੀਂ ਗੁਰਪੁਰਬ 550 600 ਜਿੰਨੇ ਮਰਜ਼ੀ ਅਸੀਂ ਸਾਲਾ ਮਨਾ ਲਈਏ ਉਸ ਦਾ ਸਾਨੂੰ ਬੈਨੀਫਿਟ ਨਹੀਂ ਹੋਏਗਾ, ਭਾਵੇਂ ਅਸੀਂ ਕਿੰਨੇ ਵੀ ਗੁਰਪੁਰਬ ਮਨਾ। ਅਸੀਂ ਆਪਣੀ ਲਾਈਫ ਨੂੰ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤਾਂ ਦੇ ਹਿਸਾਬ ਨਾਲ ਚੇਂਜਸ ਕਰਨੇ ਪੈਣਗੇ ਆਪਣੇ ਅੰਦਰ, ਤਾਂ ਅਸੀਂ ਇਸ ਕਲਯੁਗੀ এনवायरमेंट ਦੇ ਵਿੱਚ ਸੁਖੀ ਇੱਕ ਆਨੰਦਮਈ ਜੀਵਨ ਬਤੀਤ ਕਰ ਸਕਦੇ ਹਾਂ। ਤੇ ਅਸੀਂ ਅਗਰ ਦੇਖਾਂਗੇ ਗੁਰਬਾਣੀ ਕਹਿੰਦੀ ਹੈ ਕਿ ਤੁਧ ਚਿਤ ਆਏ ਮਹਾ ਆਨੰਦਾ। ਅਗਰ ਅਸੀਂ ਦੇਖਨੇ ਆ ਕਿ ਅਗਰ ਸਾਡੀ ਲਾਈਫ ਦੇ ਵਿੱਚ ਮਹਾ ਆਨੰਦ ਜਾਂ ਸੁਖ ਉਹ ਮਿਸਿੰਗ ਹੈ, ਉਹਦਾ ਕਾਰਨ ਕੀ ਹੈ? ਤੁਧ ਚਿਤ ਆਏ, ਪਰਮਾਤਮਾ ਦੀ ਯਾਦ ਜੋ ਹੈ ਉਹ ਮਹਾ ਆਨੰਦ, ਉਹ ਮਹਾ ਆਨੰਦ ਜੋ ਸਾਡੀ ਲਾਈਫ ਦੇ ਵਿੱਚ ਉਹ ਮਿਸਿੰਗ ਹੈ, ਉਹ ਪਰਮਾਤਮਾ ਦੀ ਯਾਦ ਤੋਂ ਬਿਨਾ ਪੋਸੀਬਲ ਹੀ ਨਹੀਂ ਹੈ। ਅਗਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੈ, ਪਰੇਸ਼ਾਨੀਆਂ ਨੇ, ਤੇ ਇਹਦਾ ਰੀਜ਼ਨ ਹੀ ਇਹ ਹੈ ਕਿ ਅਸੀਂ ਪਰਮਾਤਮਾ ਨੂੰ ਭੁਲਾਇਆ ਹੋਇਆ ਹੈ। ਦੁੱਖ में सिमरन सब करे, सुख में करे ना कोई। ਹੁਣ ਇਹ ਸਮਾਂ ਹੈ ਕਿ ਅਸੀਂ ਪਰਮਾਤਮਾ ਦੀ ਯਾਦ ਦੇ ਨਾਲ
ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ਹਾਲੀ ਆਪਣੀ ਆਨੰਦਮਈ ਜੀਵਨ ਬਣਾਈਏ। ਤੇ ਅਸੀਂ ਮੈਂ ਸਿਰਫ ਆਪ ਜੀ ਨੂੰ ਸਿਰਫ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਅਗਰ ਆਪ ਜੀ ਨੂੰ ਆਪਣੇ ਜੀਵਨ ਦੇ ਵਿੱਚ ਮੈਡੀਟੇਸ਼ਨ ਦਾ ਅਭਿਆਸ ਕਰਨਾ ਹੈ ਆਪਣੇ ਜੀਵਨ ਦੇ ਵਿੱਚ, ਤੇ ਇਹ ਬਹੁਤ ਅੱਛਾ ਇੱਕ ਪਲੇਟਫਾਰਮ ਹੈ। ਬ੍ਰਹਮਾ ਕੁਮਾਰੀਜ਼ ਦਾ ਬਹੁਤ ਅੱਛਾ ਇੱਕ ਉਪਰਾਲਾ ਹੈ ਜੋ ਜਿਨ੍ਹਾਂ ਦੇ ਥਰੂ ਅਸੀਂ ਮੈਡੀਟੇਸ਼ਨ ਆਪਣੀ ਲਾਈਫ ਦੇ ਵਿੱਚ ਅਪਣਾ ਕੇ ਕਾਰ ਵਿਵਹਾਰ ਕਰਦੇ ਹੋਏ, ਅਸੀਂ ਗੁਰਬਾਣੀ ਪੜ੍ਹਦੇ ਹੋਏ, ਜਿੱਥੇ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਤੇ ਨਾਲ ਅਸੀਂ ਮੈਡੀਟੇਸ਼ਨ ਨੂੰ ਉਹਦੇ ਨਾਲ ਕੰਬਾਈਨ ਕਰ ਲਈਏ ਤੇ ਬਹੁਤ ਅੱਛੀ ਤਰ੍ਹਾਂ ਅਸੀਂ ਗੁਰਬਾਣੀ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰ ਪਾਵਾਂਗੇ। ਨਹੀਂ ਤੇ ਗੁਰਬਾਣੀ ਸਿਰਫ ਪੜ੍ਹਨਾ ਇੱਕ ਹੋਰ ਗੱਲ ਹੈ, ਜਿਵੇਂ ਮੈਂ ਸ਼ੁਰੂ ਵਿੱਚ ਕਿਹਾ, ਤੇ ਉਸ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ ਇੱਕ ਹੋਰ ਗੱਲ ਹੈ। ਇੰਪਲੀਮੈਂਟ ਕਰਨ ਦੇ ਲਈ ਸਾਨੂੰ ਗੁਰਬਾਣੀ ਨੂੰ ਦੀ ਗਹਿਰਾਈ ਨੂੰ ਸਮਝਣਾ ਪਏਗਾ ਤੇ ਰਾਜਯੋਗ ਇੱਕ ਐਸਾ ਪਲੇਟਫਾਰਮ ਹੈ, ਇੱਕ ਐਸਾ ਵਸੀਲਾ ਹੈ ਜਿਹਦੇ ਨਾਲ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਤੇ ਅਗਰ ਤੁਸੀਂ ਇਹ ਕੋਰਸ ਤੇ ਇੱਕ ਦਾ ਇਹ ਜਿਹੜਾ ਰਾਜਯੋਗ ਕੋਰਸ ਕਰਨਾ ਤੇ ਮੈਡੀਟੇਸ਼ਨ ਸਿੱਖਣਾ ਚਾਹੋਗੇ ਤੇ ਜ਼ਰੂਰ ਆਪਣਾ ਨਾਮ ਜਿਹੜਾ ਆਪਣੀ ਇਨਫੋਰਮੇਸ਼ਨ ਨਾਮ ਤੇ ਡਿਟੇਲ ਜਿਹੜੀ ਹੈ ਉਹ ਤੁਸੀਂ ਇੱਧਰ ਪੈਨਾਂ ਨੂੰ ਕਿਸੇ ਨੂੰ ਲਿਖਵਾ ਸਕਦੇ ਹੋ। ਰਾਜਯੋਗ ਇੱਕ ਸ਼ਿਵਰ ਵੀ ਇੱਧਰ ਆਰਗੇਨਾਈਜ਼ ਕੀਤਾ ਹੈ ਬ੍ਰਹਮਾ ਕੁਮਾਰੀਜ਼ ਦੇ ਥਰੂ 3 ਦਿਨਾਂ ਦਾ। ਕੱਲ ਮੰਡੇ, ਟਿਊਜ਼ਡੇ ਤੇ ਵੈਡਨਸਡੇ 3 ਦਿਨਾਂ ਵਾਸਤੇ ਸ਼ਾਮੀ ਇਸੇ ਵੇਲੇ 6 ਤੋਂ 8, ਜਿਹਦੇ ਵਿੱਚ ਗੁਰਬਾਣੀ ਦੇ ਥਰੂ ਅਸੀਂ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਮੈਡੀਟੇਸ਼ਨ ਬੇਸਿਕਲੀ ਸਿੱਖਣਾ ਜੋ ਚਾਹੁੰਦੇ ਨੇ ਕਿ ਵੀ ਅਸੀਂ ਮੈਡੀਟੇਸ਼ਨ ਆਪਣੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਕਰੀਏ, ਤੇ ਉਹਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਜਾਏਗਾ। ਤੇ ਤੁਸੀਂ ਆਪਣਾ ਨਾਮ ਜਿਹੜਾ ਹੈ, ਆਪਣੀ ਡਿਟੇਲ ਜਿਹੜੀ ਹੈ ਉਹ ਥੱਲੇ ਪੈਨਾਂ ਨੂੰ ਲਿਖਵਾ ਸਕਦੇ ਹੋ। ਜੋ ਵੀ ਮੈਡੀਟੇਸ਼ਨ ਨੂੰ ਆਪਣੀ ਲਾਈਫ ਦੇ ਵਿੱਚ ਅਪਣਾਉਣਾ ਚਾਹੁੰਦੇ ਨੇ ਤੇ ਆਪਣੇ ਜੀਵਨ ਨੂੰ ਦੇ ਵਿੱਚ ਖੁਸ਼ਹਾਲੀ ਪਾਉਣਾ ਚਾਹੁੰਦੇ ਨੇ, ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।